ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮਿਲੀ USA ਟੀਵੀ ਤੇ ਮੈਂ ਸੁਰਬੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ਾਨ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਵਿੱਤੀ ਸਾਲ 2026 ਲਈ ਸ਼ੁਰੂਆਤੀ H1B ਕੈਪ ਤੱਕ ਪਹੁੰਚਿਆ। ਡੋਨਲਡ ਟਰੰਪ ਲਾਗੂ ਕਰਨਗੇ ਟੈਰਿਫ, ਭਾਰਤ ਤੇ ਹੋਵੇਗਾ ਅਸਰ, ਸ਼ੇਅਰ ਬਾਜ਼ਾਰ 'ਚ ਮਚੀ ਥਰਥਲੇ। 43 ਮੁਲਕਾਂ ਦੇ ਲੋਕਾਂ ਨੂੰ ਟਰੰਪ ਦੀ ਆਰਜ਼ੀ ਰਾਹਤ। ਅਮਰੀਕਾ 'ਚ ਟਿਕਟੌਕ ਤੇ ਲੱਗ ਸਕਦੀ ਹੈ ਪਾਬੰਦੀ। ਅਮਰੀਕਾ 'ਚ ਸਾਬਕਾ CBP ਅਧਿਕਾਰੀ ਨੂੰ 4 ਸਾਲ ਦੀ ਸਜ਼ਾ। ਵੈਨਕੂਵਰ ਹਵਾਈ ਅੱਡੇ ਤੋਂ 149 ਕਿਲੋ ਚਿੱਟਾ ਬਰਾਮਦ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਐਲਾਨ ਕੀਤਾ ਹੈ ਕਿ ਵਿੱਤੀ ਸਾਲ 2026 ਲਈ ਸ਼ੁਰੂਆਤੀ H1B ਵੀਜ਼ਾ ਕੈਪ ਤੇ ਪਹੁੰਚ ਗਿਆ ਹੈ। ਇਸ ਕੈਪ ਵਿੱਚ ਨਿਯਮਤ 65,000 ਵੀਜ਼ਾ ਕੈਪ ਅਤੇ ਅਮਰੀਕੀ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਜਾਂ ਇਸ ਤੋਂ ਵੱਧ ਵਾਲੇ ਵਿਅਕਤੀਆਂ ਲਈ ਉਪਲਬਧ ਵਾਧੂ 20,000 ਵੀਜ਼ੇ ਦੋਵੇਂ ਸ਼ਾਮਲ ਹਨ। ਸਮਾਂ ਸੀਮਾ ਅਤੇ ਅਗਲੇ ਕਦਮਾਂ ਨੂੰ ਸਮਝਣਾ ਮਹੱਤਵਪੂਰਨ ਹੈ, ਭਾਵੇਂ ਤੁਹਾਡੀ ਰਜਿਸਟ੍ਰੇਸ਼ਨ ਚੁਣੀ ਗਈ ਸੀ ਜਾਂ ਨਹੀਂ। ਸੋ ਜਿਨ੍ਹਾਂ ਲੋਕਾਂ ਦੀਆਂ ਰਜਿਸਟ੍ਰੇਸ਼ਨਾਂ ਚੁਣੀਆਂ ਗਈਆਂ ਸਨ, ਉਹਨਾਂ ਲਈ ਅਗਲਾ ਕਦਮ H1B ਅਰਜ਼ੀ ਜਮ੍ਹਾਂ ਕਰਵਾਉਣਾ ਹੈ। ਇਸ ਅਰਜ਼ੀ ਲਈ ਫਾਈਲਿੰਗ ਵਿੰਡੋ 1 ਅਪ੍ਰੈਲ ਤੋਂ 30 ਜੂਨ 2025 ਤੱਕ ਹੈ ਅਤੇ ਇਸ ਮਿਆਦ ਦੇ ਦੌਰਾਨ ਫਾਈਲ ਕਰਨਾ ਮਹੱਤਵਪੂਰਨ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਹਾਡੀ ਅਰਜ਼ੀ ਤੇ ਕਾਰਵਾਈ ਕੀਤੀ ਗਈ ਹੈ। USCIS ਅਰਜ਼ੀ ਕਿਵੇਂ ਜਮ੍ਹਾਂ ਕਰਨੀ ਹੈ, ਇਸ ਬਾਰੇ ਵਿਸਤ੍ਰਿਤ ਨਿਰਦੇਸ਼ਾਂ ਦੇ ਨਾਲ ਨੋਟਿਸ ਭੇਜੇਗਾ, ਜਿਸ ਵਿੱਚ ਸਹੀ ਫਾਰਮ I-129 ਅਤੇ ਸੰਬੰਧਿਤ ਫੀਸਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਜੇਕਰ ਤੁਹਾਡੀ ਰਜਿਸਟ੍ਰੇਸ਼ਨ ਲੋਟਰੀ ਵਿੱਚ ਨਹੀਂ ਚੁਣੀ ਗਈ ਸੀ ਤਾਂ ਤੁਹਾਡੇ ਕੋਲ ਹੋਰ ਸੰਭਵ ਵਿਕਲਪ ਹਨ। ਵਿੱਤੀ ਸਾਲ 2026 ਲਈ USCIS ਸੈਕੰਡਰੀ ਜਾਤੀ ਜੇ ਦੌਰ ਦੀਆਂ ਲੋਟਰੀਆਂ ਕਰਵਾ ਸਕਦਾ ਹੈ, ਪਰ ਇਨ੍ਹਾਂ ਦੌਰਾਂ ਦੇ ਵਿੱਚ ਚੁਣੇ ਜਾਣ ਦੀ ਸੰਭਾਵਨਾ ਪਹਿਲੇ ਦੌਰ ਵਿੱਚ ਜਮ੍ਹਾਂ ਕਰਵਾਈਆਂ ਗਈਆਂ ਅਰਜ਼ੀਆਂ ਦੀ ਗਿਣਤੀ ਅਤੇ ਵਾਪਸ ਲਈਆਂ ਗਈਆਂ ਰਜਿਸਟ੍ਰੇਸ਼ਨਾਂ ਦੀ ਗਿਣਤੀ ਤੇ ਨਿਰਭਰ ਕਰਦੀ ਹੈ। H1B ਪ੍ਰਕਿਰਿਆ ਦੀ ਗੁੰਝਲਤਾ ਨੂੰ ਦੇਖਦੇ ਹੋਏ ਕੰਪਨੀਆਂ ਲਈ ਆਪਣੇ ਵਿਕਲਪਾਂ ਦੀ ਪੜਚੋਲ ਕਰਨ ਅਤੇ ਪਾਲਣਾ ਕਰਨ ਲਈ ਤਜਰਬੇਕਾਰ ਇਮੀਗ੍ਰੇਸ਼ਨ ਵਕੀਲਾਂ ਨਾਲ ਕੰਮ ਕਰਨਾ ਇੱਕ ਚੰਗਾ ਵਿਚਾਰ ਹੈ। ਸਾਰੇ ਉਪਲਬਧ ਵੀਜ਼ਾ ਵਿਕਲਪਾਂ ਅਤੇ ਸਮਾਂ ਸੀਮਾਵਾਂ ਬਾਰੇ ਜਾਣੂ ਰਹਿਣਾ ਵਿਸ਼ਵ ਵਿਆਪੀ ਪ੍ਰਤਿਭਾ ਨੂੰ ਭਰਤੀ ਕਰਨ ਅਤੇ ਬਰਕਰਾਰ ਰੱਖਣ ਦੀ ਕੁੰਜੀ ਹੈ। ਅਮਰੀਕਾ ਬੁੱਧਵਾਰ ਤੋਂ ਦੁਨੀਆ ਭਰ ਲਈ ਆਪਣੇ ਜਵਾਬੀ ਟੈਰਿਫ ਲਾਗੂ ਕਰਨ ਜਾ ਰਿਹਾ ਹੈ। ਇਸ ਦਾ ਪ੍ਰਭਾਵ ਭਾਰਤ ਸਮੇਤ ਦੁਨੀਆ ਭਰ ਤੇ ਪਵੇਗਾ। ਇਸ ਦੀ ਆਹਟ ਨਾਲ ਭਾਰਤੀ ਸ਼ੇਅਰ ਬਾਜ਼ਾਰ ਵੀ ਅਛੂਤਾ ਨਹੀਂ ਰਿਹਾ ਅਤੇ ਮੰਗਲਵਾਰ ਨੂੰ ਸੈਂਸੈਕਸ ਲਗਭਗ 1400 ਅੰਕਾਂ ਤੱਕ ਲੁੜਕ ਗਿਆ, ਜਦਕਿ NSE ਦੇ ਨਿਫਟੀ ਵਿੱਚ 353 ਅੰਕਾਂ ਦੀ ਗਿਰਾਵਟ ਦੇਖੀ ਗਈ। ਇਸ ਪ੍ਰਭਾਵ ਤੋਂ ਬਚਣ ਲਈ ਭਾਰਤ ਸਰਕਾਰ ਨੇ ਆਪਣਾ ਕਵਚ ਤਿਆਰ ਕਰ ਲਿਆ ਹੈ। ਵਾਈਟ ਹਾਊਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਟਰੰਪ ਦੇ ਬਹੁਤ ਉਮੀਦਵਾਰ ਟੈਰਿਫ ਕੁਝ ਲੋਕਾਂ ਦੀ ਉਮੀਦ ਤੋਂ ਪਹਿਲਾਂ ਹੀ ਲਾਗੂ ਹੋਣ ਜਾ ਰਹੇ ਹਨ। ਐਲਾਨ ਅਨੁਸਾਰ 2 ਅਪ੍ਰੈਲ ਦੀ ਰਾਤ ਜਾਂ ਵੀਰਵਾਰ ਸਵੇਰੇ ਅਮਰੀਕਾ ਵੱਲੋਂ ਪਾਰਸਪਰਿਕ ਟੈਰਿਫ ਲਾਗੂ ਕਰ ਦਿੱਤੇ ਜਾਣਗੇ, ਯਾਨੀ ਕਿ ਰੈਸੀਪ੍ਰੋਕਲ ਟੈਰਿਫ ਲਗਾਇਆ ਜਾਵੇਗਾ। ਇਸ ਨਾਲ ਭਾਰਤ ਦੇ ਵਪਾਰ ਤੇ ਪੈਣ ਵਾਲੇ ਪ੍ਰਭਾਵ ਨੂੰ ਧਿਆਨ ਵਿੱਚ ਰੱਖਦੇ ਹੋਏ ਵਣਜ ਅਤੇ ਉਦਯੋਗ ਮੰਤਰਾਲੇ ਆਪਣੀ ਰਣਨੀਤੀ ਦਾ ਐਲਾਨ ਕਰੇਗਾ। ਗੌਰਤਲਬ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਅਮਰੀਕਾ ਵੱਖ-ਵੱਖ ਦੇਸ਼ਾਂ ਵੱਲੋਂ ਲਗਾਏ ਜਾਣ ਵਾਲੇ ਟੈਰਿਫ ਦੇ ਬਰਾਬਰ ਟੈਰਿਫ ਹੀ ਲਗਾਏਗਾ। 2 ਅਪ੍ਰੈਲ ਨੂੰ ਮੁਕਤੀ ਦਿਵਸ ਦੱਸਦੇ ਹੋਏ ਟਰੰਪ ਨੇ ਦਾਅਵਾ ਕੀਤਾ ਸੀ ਕਿ ਭਾਰਤ ਆਪਣੇ ਟੈਰਿਫ ਵਿੱਚ ਕਾਫੀ ਕਮੀ ਕਰਨ ਜਾ ਰਿਹਾ ਹੈ। ਟਰੰਪ ਨੇ ਕਿਹਾ, ਕੁਝ ਸਮਾਂ ਪਹਿਲਾਂ ਮੈਂ ਸੁਣਿਆ ਸੀ ਕਿ ਭਾਰਤ ਆਪਣੇ ਟੈਰਿਫ ਨੂੰ ਕਾਫੀ ਘਟਾਉਣ ਜਾ ਰਿਹਾ ਹੈ ਅਤੇ ਉਹਨਾਂ ਨੇ ਪੁੱਛਿਆ ਕਿ ਕੋਈ ਇਸ ਨੂੰ ਪਹਿਲਾਂ ਕਿਉਂ ਨਹੀਂ ਘਟਾ ਰਿਹਾ ਸੀ। ਕਈ ਹੋਰ ਦੇਸ਼ ਵੀ ਆਪਣੇ ਟੈਰਿਫ ਘਟਾਉਣ ਜਾ ਰਹੇ ਹਨ। ਯੂਰਪੀ ਯੂਨੀਅਨ ਨੇ ਕਾਰਾਂ ਤੇ ਪਹਿਲਾਂ ਹੀ 2.5% ਟੈਰਿਫ ਘਟਾ ਦਿੱਤਾ ਹੈ। ਟਰੰਪ ਦੇ ਬਿਆਨ ਅਤੇ ਉਹਨਾਂ ਵੱਲੋਂ ਹੁਣ ਤੱਕ ਦੀ ਕਾਰਵਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਜਵਾਬੀ ਟੈਰਿਫ ਲਗਾਉਣਾ ਨਿਸ਼ਚਿਤ ਮੰਨਿਆ ਜਾ ਰਿਹਾ ਹੈ। ਭਾਰਤ ਇਸ ਸਮੇਂ ਜਵਾਬੀ ਟੈਰਿਫ ਦੇ 3 ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਰਣਨੀਤੀ ਤੇ ਕੰਮ ਕਰ ਰਿਹਾ ਹੈ ਅਤੇ ਜੇਕਰ ਜ਼ਰੂਰਤ ਪਈ ਤਾਂ 3 ਅਪ੍ਰੈਲ ਨੂੰ ਉਸੇ ਮੁਤਾਬਕ ਐਲਾਨ ਕੀਤਾ ਜਾਵੇਗਾ। ਵਣਜ ਮੰਤਰਾਲੇ ਵੱਲੋਂ ਹੁਣ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਸੂਤਰਾਂ ਅਨੁਸਾਰ ਜੇ ਟਰੰਪ ਦਾ ਜਵਾਬੀ ਟੈਰਿਫ ਖੇਤਰ ਮੁਤਾਬਕ ਹੋਵੇਗਾ ਤਾਂ ਭਾਰਤ ਦੀ ਰਣਨੀਤੀ ਵੱਖਰੀ ਹੋਵੇਗੀ ਅਤੇ ਇਸ ਨਾਲ ਭਾਰਤ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਕਿਉਂਕਿ ਜਿੰਨਾ ਵਸਤੂਆਂ ਦਾ ਭਾਰਤ ਬਰਾਮਦ ਕਰਦਾ ਹੈ ਉਹਨਾਂ ਦੀ ਬਰਾਮਦ ਅਮਰੀਕਾ ਨਹੀਂ ਕਰਦਾ।
ਜਵਾਬੀ ਟੈਰਿਫ ਦਾ ਦੂਜਾ ਤਰੀਕਾ ਦੇਸ਼ ਦੇ ਕੁੱਲ ਵਪਾਰ ਦੇ ਆਧਾਰ ਤੇ ਹੋ ਸਕਦਾ ਹੈ। ਇੱਥੇ ਭਾਰਤ ਨੂੰ ਵੱਖਰੀ ਨੀਤੀ ਅਪਣਾਉਣੀ ਪੈ ਸਕਦੀ ਹੈ ਕਿਉਂਕਿ ਭਾਰਤ ਅਮਰੀਕਾ ਦੇ ਮੁਕਾਬਲੇ ਲਗਭਗ 36 ਅਰਬ ਡਾਲਰ ਦਾ ਵੱਧ ਬਰਾਮਦ ਕਰਦਾ ਹੈ ਅਤੇ ਇਸ ਦੀ ਭਰਪਾਈ ਟਰੰਪ ਸਰਕਾਰ ਕਰਨਾ ਚਾਹੇਗੀ। ਲੋਕ ਸਭਾ ਵਿੱਚ ਇੱਕ ਜਵਾਬ ਵਿੱਚ ਵਣਜ ਅਤੇ ਉਦਯੋਗ ਰਾਜ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਅਮਰੀਕਾ ਨਾਲ ਦੋ-ਪੱਖੀ ਵਪਾਰਕ ਸਬੰਧਾਂ ਨੂੰ ਪਰਸਪਰਿਕ ਤੌਰ ਤੇ ਫਾਇਦੇਮੰਦ ਅਤੇ ਨਿਆਂਪੂਰਕ ਬਣਾਉਣ ਲਈ ਚਰਚਾ ਜਾਰੀ ਹੈ। ਉਦਯੋਗਾਂ ਨੂੰ ਮੌਜੂਦਾ ਸਪਲਾਈ ਚੇਨ ਤੇ ਟੈਰਿਫ ਦੇ ਪ੍ਰਭਾਵ ਤੋਂ ਪੈਣ ਵਾਲੇ ਨਵੇਂ ਮੌਕਿਆਂ ਦੀ ਪਛਾਣ ਕਰਨ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। 43 ਮੁਲਕਾਂ ਦੇ ਲੋਕਾਂ ਦਾ ਅਮਰੀਕਾ ਵਿੱਚ ਦਾਖਲਾ ਬੰਦ ਕਰਨ ਦੀ ਯੋਜਨਾ ਟਰੰਪ ਸਰਕਾਰ ਵੱਲੋਂ ਫਿਲਹਾਲ ਟਾਲ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਪਾਬੰਦੀ ਵਾਸਤੇ ਲਾਜ਼ਮੀ ਸਿਫਾਰਸ਼ਾਂ ਦਾਖਲ ਕਰਨ ਵਿੱਚ ਅਸਫਲ ਰਹਿਣ ਤੇ ਮਾਮਲਾ ਲਟਕਦਾ ਨਜ਼ਰ ਆ ਰਿਹਾ ਹੈ। ਟਰੰਪ ਸਰਕਾਰ ਵੱਲੋਂ ਪਹਿਲੇ ਪੜਾਅ ਤਹਿਤ ਅਫਗਾਨਿਸਤਾਨ, ਈਰਾਨ, ਸੀਰੀਆ, ਕਿਊਬਾ ਅਤੇ ਉੱਤਰ ਕੋਰੀਆ ਸਣੇ 10 ਮੁਲਕਾਂ ਨਾਲ ਸੰਬੰਧਿਤ ਲੋਕਾਂ ਦੇ ਵੀਜ਼ਾ ਰੱਦ ਕਰਨ ਦਾ ਐਲਾਨ ਕੀਤਾ ਗਿਆ ਸੀ, ਜਦਕਿ ਦੂਜੇ ਪੜਾਅ ਤਹਿਤ ਹੈਤੀ, ਲਾਓਸ, ਮਿਆਂਮਾਰ ਅਤੇ ਦੱਖਣੀ ਸੁਡਾਨ ਵਰਗੇ ਮੁਲਕਾਂ ਦੇ ਲੋਕਾਂ ਨੂੰ ਰੋਕਣ ਦੀ ਯੋਜਨਾ ਐਲਾਨੀ ਗਈ। ਤੀਜਾ ਪੜਾਅ ਸਭ ਤੋਂ ਅਹਿਮ ਮੰਨਿਆ ਗਿਆ, ਜਿਸ ਤਹਿਤ ਪਾਕਿਸਤਾਨ, ਬੈਲਾਰੂਸ ਅਤੇ ਤੁਰਕਮੇਨਿਸਤਾਨ ਵਰਗੇ 26 ਮੁਲਕਾਂ ਨਾਲ ਸੰਬੰਧਿਤ ਲੋਕਾਂ ਨੂੰ ਵੀ ਵੀਜ਼ਾ ਜਾਰੀ ਕਰਨ ਤੇ ਆਰਜ਼ੀ ਰੋਕ ਲਾਉਣ ਦੀ ਤਿਆਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਾਅਦ ਵਿੱਚ ਰੂਸ ਨੂੰ ਵੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਗਿਆ, ਪਰ ਹੁਣ ਇਹਨਾਂ ਮੁਲਕਾਂ ਨੂੰ ਆਪਣੇ ਹਾਲਤ ਵਿੱਚ ਸੁਧਾਰ ਕਰਨ ਲਈ 60 ਦਿਨ ਦੀ ਮੌਹਲਤ ਦਿੱਤੀ ਗਈ ਹੈ। ਜੇ ਫਿਰ ਵੀ ਕਮੀਆਂ ਦੂਰ ਨਾ ਹੋਈਆਂ ਤਾਂ ਸੰਬੰਧਿਤ ਮੁਲਕਾਂ ਨੂੰ ਸੂਚੀ ਵਿੱਚ ਬਰਕਰਾਰ ਰੱਖਿਆ ਜਾਵੇਗਾ। ਚੇਤੇ ਰਹੇ ਕਿ ਡੋਨਾਲਡ ਟਰੰਪ ਵੱਲੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਮੁਸਲਮਾਨਾਂ ਦੀ ਬਹੁ ਗਿਣਤੀ ਵਾਲੇ 7 ਮੁਲਕਾਂ ਉੱਤੇ ਵੀਜ਼ਾ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ। ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਪੁੱਜ ਰਹੇ ਸੈਲਾਨੀਆਂ ਦੀ ਗਿਣਤੀ ਵਿੱਚ ਵੱਡੀ ਕਟੌਤੀ ਨੂੰ ਵੇਖਦਿਆਂ ਫਿਲਹਾਲ ਪਾਬੰਦੀ ਵਾਲਾ ਫੈਸਲਾ ਟਾਲਣਾ ਹੀ ਬਿਹਤਰ ਕਦਮ ਸਾਬਤ ਹੋਵੇਗਾ। ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਮਹਿਕਮੇ ਵੱਲੋਂ ਮੁਲਕ 'ਚ ਥਾਂ-ਥਾਂ ਤੇ ਮਾਰੇ ਜਾ ਰਹੇ ਛਾਪਿਆਂ ਅਤੇ ਇਮੀਗ੍ਰੇਸ਼ਨ ਦਸਤਾਵੇਜ਼ਾਂ ਵਿੱਚ ਮਾਮੂਲੀ ਨੁਕਸ ਹੋਣ ਤੇ ਕੀਤੀ ਜਾ ਰਹੀ ਸਖਤ ਕਾਰਵਾਈ ਦੇ ਮੱਦੇਨਜ਼ਰ ਅਮਰੀਕਾ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ, ਜਿਸ ਦੇ ਸਿੱਟੇ ਵਜੋਂ ਟੂਰਿਜ਼ਮ ਸੈਕਟਰ ਨੂੰ 18 ਅਰਬ ਡਾਲਰ ਦਾ ਨੁਕਸਾਨ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ। ਮਾਰਚ ਅਮਰੀਕਾ ਦਾ ਗੇੜਾ ਲਾਉਣ ਦੀ ਯੋਜਨਾ ਬਣਾ ਚੁੱਕੇ 36% ਕੈਨੇਡੀਅਨ ਲੋਕਾਂ ਨੇ ਆਪਣਾ ਟ੍ਰਿਪ ਰੱਦ ਕਰ ਦਿੱਤਾ ਅਤੇ ਪਿਛਲੇ ਸਾਲ ਦੇ ਮੁਕਾਬਲੇ ਹਵਾਈ ਟਿਕਟਾਂ ਦੀ ਬੁਕਿੰਗ ਵਿੱਚ 70% ਦੀ ਕਮੀ ਦਰਜ ਕੀਤੀ ਗਈ। ਅਮਰੀਕਾ ਦਾ ਟੂਰਿਜ਼ਮ ਸੈਕਟਰ ਇਸ ਵੱਡੇ ਨੁਕਸਾਨ ਦੀ ਭਰਪਾਈ ਕਰਨਾ ਚਾਹੁੰਦਾ ਹੈ, ਪਰ 43 ਮੁਲਕਾਂ ਦੇ ਲੋਕਾਂ ਦੀ ਆਮਦ ਤੇ ਲੱਗਣ ਵਾਲੀ ਪਾਬੰਦੀ ਹਾਲਾਤ ਹੋਰ ਬੱਤਰ ਕਰ ਦੇਵੇਗੀ। ਅਮਰੀਕਾ 2 ਅਪ੍ਰੈਲ ਨੂੰ ਸੰਭਾਵੀ ਟਿਕਟੌਕ ਸੌਦੇ ਤੇ ਅੰਤਿਮ ਪ੍ਰਸਤਾਵ ਤੇ ਵਿਚਾਰ ਕਰੇਗਾ। CBS ਨਿਊਜ਼ ਪ੍ਰਸਾਰਕ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਓਵਲ ਦਫ਼ਤਰ ਵਿੱਚ ਮੁੱਖ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ, ਜਿਨ੍ਹਾਂ ਵਿੱਚ ਉਪ ਰਾਸ਼ਟਰਪਤੀ JD ਵੈਂਸ, ਵਰਸ ਸਕੱਤਰ ਹਾਵਰਡ ਲੁਟਨਿਕ, ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕਲ ਵਾਲਸ ਅਤੇ ਰਾਸ਼ਟਰੀ ਖੁਫੀਆ ਵਿਭਾਗ ਦੇ ਨਿਰਦੇਸ਼ਕ ਤੁਲਸੀ ਗਬਾਰਡ ਸ਼ਾਮਲ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਇਸ ਸੌਦੇ ਤੇ ਆਪਣੀਆਂ ਯੋਜਨਾਵਾਂ ਨੂੰ ਅੰਤਿਮ ਰੂਪ ਦੇ ਰਿਹਾ ਹੈ, ਜਿਸ ਵਿੱਚ ਬਲੈਕਸਟੋਨ ਅਤੇ ਓਰੇਕਲ ਵਰਗੇ ਹੋਰ ਨਿਵੇਸ਼ਕ ਦੇ ਨਾਲ-ਨਾਲ ਬਲੂ ਚਿਪ ਪ੍ਰਾਈਵੇਟ ਇਕੁਇਟੀ ਫਰਮਾਂ, ਉਦਮ ਪੂੰਜੀ ਫਰਮਾਂ ਅਤੇ ਪ੍ਰਮੁੱਖ ਟੈਕਨੋਲੋਜੀ ਖੇਤਰ ਦੇ ਨਿਵੇਸ਼ਕ ਸ਼ਾਮਲ ਹੋ ਸਕਦੇ ਹਨ। ਰਿਪੋਰਟ ਅਨੁਸਾਰ ਅਮਰੀਕੀ ਕਾਂਗਰਸ ਨੇ ਪਿਛਲੇ ਸਾਲ ਇੱਕ ਬਿੱਲ ਪਾਸ ਕੀਤਾ ਸੀ, ਜਿਸ ਵਿੱਚ ਟਿਕਟੌਕ ਦੀ ਮੂਲ ਕੰਪਨੀ ਬਾਈਟਡਾਂਸ ਨੂੰ ਆਪਣੀ ਹਿੱਸੇਦਾਰੀ ਵਿੱਚ ਲਈ 19 ਜਨਵਰੀ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਗਈ ਸੀ ਅਤੇ ਉਸੇ ਦਿਨ ਐਪਲ ਅਤੇ ਗੂਗਲ ਨੇ ਟਿਕਟੌਕ ਨੂੰ ਡਾਊਨਲੋਡ ਕਰਨ ਤੇ ਰੋਕ ਲਗਾ ਦਿੱਤੀ ਸੀ। ਹਾਲਾਂਕਿ ਟਰੰਪ ਨੇ ਇਸ ਮਿਆਦ ਨੂੰ 5 ਅਪ੍ਰੈਲ ਤੱਕ ਵਧਾ ਦਿੱਤਾ। ਉਹਨਾਂ ਨੇ ਇਹ ਵੀ ਧਮਕੀ ਦਿੱਤੀ ਹੈ ਕਿ ਜੇਕਰ ਚੀਨੀ ਕੰਪਨੀ ਉਹਨਾਂ ਦੀਆਂ ਸ਼ਰਤਾਂ ਪੂਰੀਆਂ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਉਹ ਅਮਰੀਕਾ ਵਿੱਚ ਕੰਮ ਕਰਨ ਤੋਂ ਪਾਬੰਦੀ ਲਗਾ ਦੇਣਗੇ। ਸੁਪਰੀਮ ਕੋਰਟ ਨੇ 17 ਜਨਵਰੀ ਨੂੰ ਰਾਸ਼ਟਰੀ ਸੁਰੱਖਿਆ ਦੇ ਆਧਾਰ ਤੇ ਅਮਰੀਕਾ ਵਿੱਚ ਚੀਨੀ ਮਾਲਕੀ ਵਾਲੀ ਵੀਡੀਓ ਸ਼ੇਅਰਿੰਗ ਐਪ ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਨੂੰ ਸਰਬਸੰਮਤੀ ਨਾਲ ਬਰਕਰਾਰ ਰੱਖਿਆ। ਬੀਤੇ ਦਿਨ ਅਮਰੀਕਾ ਦੇ ਸੂਬੇ ਟੈਕਸਾਸ ਦੇ ਸ਼ਹਿਰ ਐਲ ਪਾਸੋ ਦੇ ਇੱਕ ਸਾਬਕਾ ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਅਧਿਕਾਰੀ ਨੂੰ ਐਲ ਪਾਸੋ ਦੀ ਇੱਕ ਸੰਘੀ ਅਦਾਲਤ ਨੇ ਇੱਕ ਸਰਕਾਰੀ ਅਧਿਕਾਰੀ ਨੂੰ ਰਿਸ਼ਵਤ ਦੇਣ ਦੇ ਇੱਕ ਦੋਸ਼ ਅਤੇ ਵਿੱਤੀ ਲਾਭ ਲਈ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਤਸਕਰੀ ਦੇ ਇੱਕ ਦੋਸ਼ ਲਈ 4 ਸਾਲ ਦੀ ਕੈਦ ਅਤੇ 80 ਘੰਟੇ ਦੀ ਕਮਿਊਨਿਟੀ ਸੇਵਾ ਦੀ ਸਜ਼ਾ ਸੁਣਾਈ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਦਸੰਬਰ 2022 ਵਿੱਚ ਜਾਂਚ ਏਜੰਟਾਂ ਨੂੰ ਜਾਣਕਾਰੀ ਮਿਲੀ ਕਿ
ਹੋਰਾਈਜ਼ਨ ਸਿਟੀ ਦਾ 44 ਸਾਲਾਂ ਦਾ ਉਮਰ ਦੇ ਮੋਰੇਨੋ ਇੱਕ ਸੀਬੀਪੀ ਅਧਿਕਾਰੀ ਦੇ ਤੌਰ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸੰਯੁਕਤ ਰਾਜ ਅਮਰੀਕਾ 'ਚ ਤਸਕਰੀ ਕਰ ਰਿਹਾ ਸੀ, ਜੋ ਤਸਕਰੀ ਸੰਗਠਨ ਤੋਂ ਪ੍ਰਤੀ ਪ੍ਰਵਾਸੀ ਇੱਕ ਬੰਦੇ ਦਾ $4000 ਪ੍ਰਾਪਤ ਕਰ ਰਿਹਾ ਸੀ। ਕੋਰਟ ਨੇ ਐਲ ਪਾਸੋ ਵਿੱਚ ਸਾਬਕਾ ਸੀਬੀਪੀ ਅਧਿਕਾਰੀ ਨੂੰ ਰਿਸ਼ਵਤਖੋਰੀ ਅਤੇ ਤਸਕਰੀ ਦੇ ਦੋਸ਼ਾਂ ਵਿੱਚ 4 ਸਾਲ ਦੀ ਸਜ਼ਾ ਸੁਣਾਈ ਹੈ। ਇੱਥੇ ਦੱਸਣਯੋਗ ਹੈ ਕਿ ਲੰਘੀ 1 ਫਰਵਰੀ 2024 ਨੂੰ ਇੱਕ ਵੀਡੀਓ ਰਿਕਾਰਡਿੰਗ ਵਿੱਚ ਮੋਰੇਨੋ ਦੇ 2 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ, ਜਿਨ੍ਹਾਂ ਵਿੱਚੋਂ ਇੱਕ ਪੈਦਲ ਗਾਈਡ ਸੀ, ਉਹਨੂੰ ਬਿਨਾਂ ਕਿਸੇ ਨਿਰੀਖਣ ਦੇ ਯਸਲੇਟਾ ਪੋਰਟ ਆਫ ਐਂਟਰੀ ਰਾਹੀਂ ਅਮਰੀਕਾ ਵਿੱਚ ਲੈ ਜਾਂਦੇ ਹੋਏ ਕੈਮਰੇ ਵਿੱਚ ਕੈਦ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕੀਤੀ ਗਈ। ਕੈਨੇਡੀਅਨ ਬਾਰਡਰ ਏਜੰਟਾਂ ਵੱਲੋਂ ਵੈਂਕੂਵਰ ਇੰਟਰਨੈਸ਼ਨਲ 에ਅਰਪੋਰਟ ਤੋਂ 149 ਕਿਲੋ ਮੈਥਮਫੈਟਾਮੀਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ, ਜੋ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹਾਂਗਕਾਂਗ ਭੇਜੀ ਜਾ ਰਹੀ ਸੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਕਿ ਨਸ਼ੀਲੇ ਪਦਾਰਥ ਦੀ ਅੰਦਾਜ਼ਨ ਬਾਜ਼ਾਰ ਕੀਮਤ $5 ਲੱਖ ਬਣਦੀ ਹੈ ਅਤੇ 6 ਜਣਿਆਂ ਨੂੰ ਹਿਰਾਸਤ ਵਿੱਚ ਲੈਂਦਿਆਂ RCMP ਦੇ ਸਪੁਰਦ ਕਰ ਦਿੱਤਾ ਗਿਆ। CBSA ਦੇ ਪੈਸੀਫਿਕ ਰੀਜਨ ਦੀ ਡਾਇਰੈਕਟਰ ਨੀਨਾ ਪਟੇਲ ਨੇ ਦੱਸਿਆ ਕਿ ਬਾਰਡਰ ਅਫਸਰਾਂ ਨੇ ਨਸ਼ਾ ਤਸਕਰਾਂ ਦੇ ਮਨਸੂਬੇ ਨਾਕਾਮਯਾਬ ਕਰਦਿਆਂ ਭਾਰੀ ਮਿਕਦਾਰ ਵਿੱਚ ਨਸ਼ਾ ਬਰਾਮਦ ਕੀਤਾ, ਜੋ ਕੌਮਾਂਤਰੀ ਹਵਾਈ ਅੱਡੇ ਤੇ ਵਰਤੀ ਜਾ ਰਹੀ ਮੁਸਤੈਦੀ ਦਾ ਪ੍ਰਤੱਖ ਸਬੂਤ ਹੈ। ਨੀਨਾ ਪਟੇਲ ਮੁਤਾਬਕ ਪਹਿਲੀ ਬਰਾਮਦਗੀ 18 ਜਨਵਰੀ ਨੂੰ ਕੀਤੀ ਗਈ, ਜਦੋਂ ਬਾਰਡਰ ਅਫਸਰਾਂ ਨੇ 2 ਸੂਟਕੇਸਿਸ ਵਿੱਚੋਂ ਬੇਬੀ ਯੋਂਡਾ ਗਿਫਟ ਰੈਪ ਵਾਲੇ ਪੈਕੇਟ ਬਰਾਮਦ ਕਰਦਿਆਂ ਇਹਨਾਂ ਵਿੱਚੋਂ 35 ਕਿਲੋ ਚਿੱਟਾ ਜ਼ਬਤ ਕੀਤਾ। ਬਾਰਡਰ ਏਜੰਸੀ ਮੁਤਾਬਕ ਚਿੱਟੇ ਦੀ ਇੱਕ ਖੇਪ ਹਾਂਗਕਾਂਗ ਭੇਜੀ ਜਾਣੀ ਸੀ। ਸਿਰਫ 2 ਹਫ਼ਤੇ ਬਾਅਦ ਬਾਰਡਰ ਅਫਸਰਾਂ ਵੱਲੋਂ ਹਾਂਗਕਾਂਗ ਲਿਜਾਏ ਜਾ ਰਹੇ 2 ਸੂਟਕੇਸਿਸ ਵਿੱਚੋਂ 28 ਕਿਲੋ ਚਿੱਟਾ ਬਰਾਮਦ ਕੀਤਾ ਗਿਆ, ਜੋ ਕਾਫੀ ਬੈਗੇਜ ਵਿੱਚ ਲੁਕਾ ਕੇ ਲਿਜਾਇਆ ਜਾ ਰਿਹਾ ਸੀ। ਇਸ ਮਗਰੋਂ 16 ਫਰਵਰੀ ਨੂੰ ਵੀ ਬਾਰਡਰ ਅਫਸਰਾਂ ਵੱਲੋਂ ਆਸਟ੍ਰੇਲੀਆ ਜਾ ਰਹੇ ਇੱਕ ਮੁਸਾਫਰ ਦੇ ਸਮਾਨ ਵਿੱਚੋਂ 23 ਕਿਲੋ ਮੈਥਮਫੈਟਾਮੀਨ ਬਰਾਮਦ ਕੀਤੀ ਗਈ। ਸ਼ਾਤਰ ਨਸ਼ਾ ਤਸਕਰਾਂ ਵੱਲੋਂ ਮੈਥਮਫੈਟਾਮੀਨ ਨੂੰ ਤੋਲੀਏ ਵਿੱਚ ਲਪੇਟ ਕੇ ਰੱਖਿਆ ਗਿਆ ਸੀ ਅਤੇ ਇਸ ਦੀ ਸਮੈਲ ਦਬਾਉਣ ਵਾਸਤੇ ਸਿਰਕੇ ਦਾ ਛਿੜਕਾਅ ਕੀਤਾ ਗਿਆ। ਇਸੇ ਦੌਰਾਨ 19 ਫਰਵਰੀ ਨੂੰ ਵੈਂਕੂਵਰ ਹਵਾਈ ਅੱਡੇ ਤੇ 2 ਸ਼ਿਪਮੈਂਟਸ ਵਿੱਚੋਂ 19 ਕਿਲੋ ਅਤੇ 16 ਕਿਲੋ ਮੈਥਮਫੈਟਾਮੀਨ ਬਰਾਮਦ ਕੀਤੀ ਗਈ, ਜੋ ਆਸਟ੍ਰੇਲੀਆ ਲੈ ਜਾਈ ਜਾ ਰਹੀ ਸੀ। 19 ਫਰਵਰੀ ਨੂੰ ਹੀ ਨਿਊਜ਼ੀਲੈਂਡ ਜਾ ਰਹੇ ਇੱਕ ਮੁਸਾਫਰ ਕੋਲੋਂ 25 ਕਿਲੋ ਮੈਥਮਫੈਟਾਮੀਨ ਜ਼ਬਤ ਕੀਤਾ ਗਿਆ, ਜਿਸ ਨੂੰ ਵੈਕਿਊਮ ਸ਼ੀਲਡ ਪੈਕੇਟ ਅੰਦਰ ਰੱਖਿਆ ਗਿਆ ਸੀਗਾ। यानी कि वैक्यूम सील्ड पैकेट के अंदर इसनूं रखिया गया सी। इत्थे दसना बंद है कि कैनेडा विच वख-वख थावां ते गैर कानूनी तरीके नाल तैयार नशीले पदार्थां नूं जिथे सड़की रस्ते अमेरिका भेजण दे यतन कीते जांदे हन, उत्थे ही नशा तस्करां वल्लों आस्ट्रेलिया, न्यूजीलैंड अते यूरोपी मुल्कां वल भी जाल विछाउण विच कोई कसर बाकी नहीं छड्डी जांदी। कैनेडा तो फैंटानिल दी वड्डे पद्धर ते तस्करी दा दोष लाउंदियां ही अमेरिका दे राष्ट्रपति डोनाल्ड ट्रंप वल्लों टैरिफ दी धमकी दित्ती गई। हालांकि अमेरिका पुज्जण वाली फैंटानिल विच कैनेडा दा योगदान 1% भी नहीं बनता। एक रिपोर्ट मुताबक रूस और यूक्रेन विचकार चल रहे टकराव दौरान तनाव वधन कारण स्वीडन अपने नागरिकों को जंग लई तैयार करने लई तेजी नाल अगे वध रहा है। इस देश ने कथित तौर ते सिविल डिफेंस बंकरां दे अपने विशाल नेटवर्क नूं अपग्रेड करन अते नवीनीकरण करन लई 7.7 मिलियन पाउंड खर्च करन दा वादा कीता है, जो जंग लई इसदी तैयारी नूं होर मुकम्मल बनाउंदे हन। उस तो इलावा रिपोर्ट मुताबक स्वीडन विच पहला ही 64,000 स्थानां दे नाल दुनिया विच सब तो व्यापक पनाह प्रणाली है। बंकरां विच कथित तौर ते 7 मिलियन लोकां लई जगह है, जो स्वीडन दी आबादी दे 2/3 तो वध दे रहण लई काफी है। रिपोर्ट अनुसार यह आसरा जो कि दहाकियां तो देश की रखिया योजना दे हिस्से वजों मौजूद हैं, उन्होंने यह यकीनी बनाउण लई मुरम्मत किया जा रहा है कि वह समकाली युद्ध जिवें कि रसायनिक, जैविक और परमाणु हमलियां दे बदले खतरियां दा टाकरा कर सकते हैं। रिपोर्ट मुताबक स्वीडन की सिविल एजेंसी ने मार्च 2024 विच नाटो मैंबर बनने तो बाद इन्हां बंकरां दे निरीखण अते आधुनिकीकरण की प्रक्रिया नूं तेज किया। 2 तो 3 साल के प्रोजेक्ट विच रसायनिक अते रेडियोलॉजिकल हथियारां तो सुरक्षा लई महत्वपूर्ण फिल्ट्रेशन प्रणालियां नूं अपग्रेड करना शामिल है। न्यूज़ के अनुसार स्वीडन के प्रधानमंत्री उल्फ ने जनवरी विच कहा सी कि स्वीडन जंग की स्थिति विच नहीं है, पर उत्ते शांति भी नहीं है। उसके अलावा रिपोर्ट अनुसार स्वीडिश सरकार ने अपनी कुल रखिया रणनीतिक का भी नवीनीकरण किया, जो कि सिविल रखिया दे नाल मिलिटरी तैयारी नूं जोड़दी है।
ਬਰੈਂਪਟਨ ਦੇ ਭੀੜਪਾੜ ਵਾਲੇ ਪਲਾਜ਼ਾ ਵਿੱਚ ਕਾਰ ਤੇ ਆਏ ਬੰਦੂਕਧਾਰੀ ਪੰਜਾਬੀ ਕਾਰੋਬਾਰੀ ਨੌਜਵਾਨ ਦੀ ਹੱਤਿਆ ਕਰਕੇ ਫਰਾਰ ਹੋ ਗਏ। ਇਸ ਦੌਰਾਨ ਹਮਲਾਵਰਾਂ ਨੇ ਸੀਸੀਟੀਵੀ ਕੈਮਰੇ ਵਿੱਚ ਹਮਲਾਵਰ ਕੈਦ ਵੀ ਹੋ ਗਏ। ਹਾਲਾਂਕਿ ਹੁਣ ਤੱਕ ਪੁਲਿਸ ਨੇ ਮ੍ਰਿਤਕ ਦੀ ਪਹਿਚਾਣ ਜ਼ਾਹਰ ਨਹੀਂ ਕੀਤੀ ਹੈ, ਪਰ ਜਾਣਕਾਰਾਂ ਦੇ ਅਨੁਸਾਰ ਉਸ ਦਾ ਮ੍ਰਿਤਕ ਜਗਮੀਤ ਮੁੰਡੀ ਪਲਾਜ਼ਾ ਵਿੱਚ ਹੁੱਕੇ ਦਾ ਕਾਰੋਬਾਰ ਕਰਦਾ ਸੀ ਅਤੇ ਨਾਲ ਹੀ ਉਹ ਟਰੱਕ ਕੰਪਨੀ ਚਲਾਉਂਦਾ ਸੀਗਾ। ਯਾਨੀ ਕਿ ਜਗਮੀਤ ਮੁੰਡੀ ਨਾਮ ਦੱਸਿਆ ਜਾ ਰਿਹਾ ਹੈ, ਜੋ ਕਿ ਇਸ ਦਾ ਵਪਾਰ ਕਰਦਾ ਸੀ। ਪੀਰ ਪੁਲਿਸ ਦੇ ਅਫਸਰ ਮਨਦੀਪ ਖੱਟੜਾ ਦੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਉਹ ਮੌਕੇ ਤੇ ਪਹੁੰਚੇ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਬਾਅਦ ਵਿੱਚ ਡਾਕਟਰਾਂ ਦੀ ਟੀਮ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਉਹਨਾਂ ਨੇ ਦੱਸਿਆ ਕਿ ਗੋਲੀਆਂ ਮਾਰਨ ਵਾਲੇ ਉੱਥੇ ਤੇਜ਼ੀ ਨਾਲ ਕਾਰ ਵਿੱਚ ਫਰਾਰ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਰਾਹੀਂ ਜਾਂਚ ਕੀਤੀ ਜਾ ਰਹੀ ਹੈ। ਯੂਕਰੇਨ ਰੂਸ ਜੰਗ ਵਿੱਚ ਇੱਕ ਹੋਰ ਵੱਡਾ ਵਿਰੋਧੀ ਮੋੜ ਆ ਗਿਆ। ਰੂਸ ਨੇ ਯੂਕਰੇਨ ਤੇ ਊਰਜਾ ਸਥਾਪਨਾਵਾਂ ਤੇ ਹਮਲੇ ਕਰਨ ਦੇ ਦੋਸ਼ ਲਗਾਉਂਦੇ ਹੋਏ ਅਮਰੀਕਾ ਨੂੰ ਇੱਕ ਸ਼ਿਕਾਇਤ ਪੱਤਰ ਸੌਂਪਿਆ। ਰੂਸੀ ਵਿਦੇਸ਼ ਮੰਤਰੀ ਸਰਗੇਈ ਨੇ ਦੱਸਿਆ ਕਿ ਇਹ ਸੂਚੀ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਸ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਦਿੱਤੀ ਹੈ। ਦੋਵੇਂ ਪੱਖਾਂ ਦੀਆਂ ਸ਼ਿਕਾਇਤਾਂ ਰੂਸ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਨੇ ਬੈਲਗੋਰੇਡ ਅਤੇ ਜਾਪੋਰੀਜ਼ੀਆ ਖੇਤਰ ਵਿੱਚ ਰੂਸ ਨਿਯੰਤਰਿਤ ਊਰਜਾ ਕੇਂਦਰਾਂ ਤੇ ਹਮਲੇ ਕੀਤੇ ਹਨ, ਜਿਸ ਕਾਰਨ ਉੱਥੇ ਤਬਾਹੀ ਹੋਈ। ਦੂਜੇ ਪਾਸੇ ਯੂਕਰੇਨ ਨੇ ਦੋਸ਼ ਲਗਾਇਆ ਕਿ ਰੂਸੀ ਹਮਲਿਆਂ ਨੇ ਦੱਖਣੀ ਖੈਰਸਨ ਖੇਤਰ ਵਿੱਚ ਹਜ਼ਾਰਾਂ ਘਰਾਂ ਦੀ ਬਿਜਲੀ ਬੰਦ ਕਰ ਦਿੱਤੀ ਹੈ। ਹਾਲਾਂਕਿ ਯੂਕਰੇਨੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਬਿਜਲੀ ਸਪਲਾਈ ਮੁੜ ਚਾਲੂ ਕਰ ਦਿੱਤੀ ਹੈ। ਦਿਲਚਸਪ ਤਰੀਕੇ ਨਾਲ ਦੋਵੇਂ ਪੱਖ ਇੱਕ ਦੂਜੇ ਤੇ ਹਮਲਿਆਂ ਤੇ ਦੋਸ਼ ਲਗਾ ਰਹੇ ਹਨ, ਪਰ ਇਹ ਅਜੇ ਤੱਕ ਪੱਕਾ ਨਹੀਂ ਹੋਇਆ ਕਿ ਊਰਜਾ ਢਾਂਚੇ ਦੀ ਸੁਰੱਖਿਆ ਲਈ ਕੋਈ ਰਸਮੀ ਸਮਝੌਤਾ ਹੋਇਆ ਸੀ ਜਾਂ ਨਹੀਂ। ਵਾਈਟ ਹਾਊਸ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਰੂਸ ਅਤੇ ਯੂਕਰੇਨ ਊਰਜਾ ਟੀਚੇ ਤੇ ਹਮਲਾ ਨੂੰ ਰੋਕਣ ਲਈ ਇੱਕ ਸਮਝੌਤਾ ਤਿਆਰ ਕਰਨ ਲਈ ਸਹਿਮਤ ਹੋ ਗਏ ਹਨ, ਪਰ ਇਸ ਸਮਝੌਤੇ ਦੀ ਨਾ ਕੋਈ ਲਿਖਤੀ ਪੁਸ਼ਟੀ ਹੋਈ ਹੈ, ਨਾ ਹੀ ਇਸ ਦੀ ਲਾਗੂ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਯੂਕਰੇਨ ਦੇ ਸਮਝੌਤੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਮਹੀਨੇ ਅਮਰੀਕਾ ਤੇ ਯੂਕਰੇਨ ਨੇ ਰੂਸ ਨੂੰ ਪੂਰੀ ਤਰ੍ਹਾਂ ਜੰਗਬੰਦੀ ਕਰਨ ਦੀ ਪੇਸ਼ਕਸ਼ ਕੀਤੀ ਸੀ, ਪਰ ਪੁਤਿਨ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ। ਯੂਕਰੇਨ ਅਮਰੀਕਾ 'ਚ ਨਵਾਂ ਖਣਿਜ ਸੌਦਾ ਇਸ ਸਭ ਦੇ ਵਿਚਕਾਰ ਹੈ। ਯੂਕਰੇਨ ਅਤੇ ਅਮਰੀਕਾ ਵਿਚਕਾਰ ਇੱਕ ਨਵੇਂ ਖਣਿਜ ਸਮਝੌਤੇ ਦੀ ਗੱਲਬਾਤ ਚੱਲ ਰਹੀ ਹੈ। ਇਸ ਅਧੀਨ ਅਮਰੀਕਾ ਯੂਕਰੇਨ ਦੇ ਕੁਦਰਤੀ ਸਰੋਤਾਂ ਤੇ ਪਹੁੰਚ ਪ੍ਰਾਪਤ ਕਰ ਸਕਦਾ ਹੈ, ਜਿਸ ਦੇ ਬਦਲੇ ਯੂਕਰੇਨ ਨੂੰ ਵਧੇਰੇ ਫੌਜੀ ਅਤੇ ਆਰਥਿਕ ਸਹਾਇਤਾ ਮਿਲਣ ਦੀ ਉਮੀਦ ਹੈ। ਲੰਡਨ ਦੇ ਹੰਸਲੋ ਬਾਰੋ ਵਿੱਚ ਇੱਕ ਡਾਕਘਰ 'ਚ ਹਥਿਆਰਬੰਦ ਡਕੈਤੀ ਦਾ ਡਰਾਮਾ ਕਰਨ ਵਾਲੇ ਪੰਜਾਬੀ ਪਰਿਵਾਰ ਤੇ ਦੋਸ਼ ਤੈਅ ਹੋਣ ਤੇ ਅਦਾਲਤ ਵੱਲੋਂ 6 ਜੂਨ ਨੂੰ ਸਜ਼ਾ ਸੁਣਾਈ ਜਾਵੇਗੀ। ਹੰਸਲੋ ਦੇ ਮਸ਼ਹੂਰ ਪੰਜਾਬੀ ਪਰਿਵਾਰ ਨੂੰ ਆਪਣੇ ਹੀ ਡਾਕਘਰ ਵਿੱਚ 1,36,000 ਪੌਂਡ ਤਕਰੀਬਨ 1.5 ਕਰੋੜ ਰੁਪਏ ਹਥਿਆਰਬੰਦ ਡਾਕੇ ਦਾ ਡਰਾਮਾ ਕਰਨ ਵਾਲੇ ਗ੍ਰੇਟ ਵੈਸਟ ਰੋਡ ਹੰਸਲੋ ਦੇ 41 ਸਾਲਾਂ ਦੇ ਰਾਜਵਿੰਦਰ ਕਾਹਲੋ, 38 ਸਾਲ ਦੀ ਸੁਖਵੀਰ ਢਿੱਲੋਂ, 40 ਸਾਲ ਦੇ ਰਮਨਦੀਪ ਢਿੱਲੋਂ ਤੇ 67 ਸਾਲ ਦੇ ਸੁਨਾਵਰ ਢਿੱਲੋਂ ਸਾਰੇ ਲਾਈਨ ਰੋਡ ਵਰਜੀਨੀਆ ਵਾਟਰ ਦੇ ਰਹਿਣ ਵਾਲਿਆਂ ਨੂੰ ਆਇਲਵਰਥ ਕਰਾਊਨ ਕੋਰਟ ਵਿੱਚ ਨਿਆਂ ਦੇ ਰਾਹ ਨੂੰ ਵਿਗਾੜਨ ਦੀ ਸਾਜ਼ਿਸ਼, ਮਨੀ ਲਾਂਡਰਿੰਗ ਦੀ ਸਾਜ਼ਿਸ਼ ਅਤੇ ਡਾਕਘਰ ਤੋਂ ਚੋਰੀ ਕਰਨ ਦੀ ਸਾਜ਼ਿਸ਼ ਦੇ ਦੋਸ਼ੀ ਪਾਇਆ ਗਿਆ। ਇਸ ਡਾਕੇ ਲਈ ਮੈਟ ਡਿਟੈਕਟਿਵਸ ਦੇ DNA ਅਤੇ CCTV ਦੀ ਵਰਤੋਂ ਕਰਕੇ ਇੱਕ ਵਿਅਕਤੀ ਦੀ ਪਛਾਣ ਕੀਤੀ, ਜਿਸ ਨੇ ਮੌਕੇ ਤੋਂ ਭੱਜਣ ਵੇਲੇ ਆਪਣੇ ਆਪ ਨੂੰ ਸੱਟ ਮਾਰਨ ਤੋਂ ਬਾਅਦ ਹਥਿਆਰਬੰਦ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਰਾਜਵਿੰਦਰ ਕਾਹਲੋ ਉਹਨਾਂ 5 ਲੋਕਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਬ੍ਰਾਬਜ਼ੋਨ ਰੋਡ ਤੇ ਸ਼ਾਖਾ ਤੋਂ ਲਗਭਗ 1,36,000 ਪੌਂਡ ਚੋਰੀ ਕੀਤੇ ਸਨ। ਜਿਵੇਂ ਹੀ ਉਹ ਮੌਕੇ ਤੋਂ ਭੱਜ ਰਿਹਾ ਸੀ, ਉਸਨੇ ਧਾਤ ਦੀ ਵਾੜ ਉੱਤੇ ਚੜ੍ਹਦੇ ਹੋਏ ਆਪਣੇ ਆਪ ਨੂੰ ਸੱਟ ਮਾਰ ਲਈ ਅਤੇ ਜਾਸੂਸਾਂ ਨੇ ਇਸ ਸਬੂਤ ਦੇ ਨਾਲ ਵੱਡੀ ਮਾਤਰਾ ਵਿੱਚ CCTV ਅਤੇ ਫੋਨ ਡਾਟਾ ਦੀ ਵਰਤੋਂ ਕਰਕੇ ਸ਼ਾਮਲ ਲੋਕਾਂ ਦੀ ਪਛਾਣ ਕੀਤੀ ਅਤੇ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ। ਸ਼ਾਖਾ ਵਿੱਚ ਕੰਮ ਕਰਨ ਵਾਲੀਆਂ 2 ਔਰਤਾਂ ਨੂੰ ਬਾਅਦ ਵਿੱਚ ਸਾਜ਼ਿਸ਼ ਦਾ ਹਿੱਸਾ ਪਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਔਰਤਾਂ ਨੇ ਡਰਾਮਾ ਕੀਤਾ ਕਿ ਇੱਕ ਬੰਦੂਕ ਵਾਲੇ ਵਿਅਕਤੀ ਦੁਆਰਾ ਧਮਕੀ ਦਿੱਤੀ ਗਈ ਸੀ, ਜਿਸ ਨੇ 50,000 ਪੌਂਡ ਤੋਂ ਨਾਲ ਹੀ ਸ਼ਾਖਾ ਦਾ CCTV ਸਿਸਟਮ ਚੋਰੀ ਕਰ ਲਿਆ। ਡਾਕਘਰ ਦੁਆਰਾ ਕੀਤੇ ਗਏ ਇੱਕ ਐਡਿਟ ਵਿੱਚ ਪਾਇਆ ਗਿਆ ਕਿ ਸਟੋਰ ਵਿੱਚੋਂ ਗੁੰਮ ਹੋਏ ਪੈਸੇ ਦੀ ਅਸਲ ਰਕਮ ਲਗਭਗ 1,36,000 ਪੌਂਡ ਸੀ। ਮੈਟਰੋਪੋਲੀਟਨ ਪੁਲਿਸ ਦੇ ਫਲਾਈਂਗ ਸਕੁਐਡ ਦੇ ਜਾਸੂਸਾਂ ਨੇ ਜਾਂਚ ਸ਼ੁਰੂ ਕਰਕੇ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ। ਸ਼ੱਕੀ ਵਿਅਕਤੀ ਦੀ ਪਛਾਣ ਕਰਨ ਲਈ ਦੁਕਾਨ ਦੇ ਆਲੇ ਦੁਆਲੇ ਦੇ ਇਲਾਕੇ ਤੇ CCTV ਜਾਂਚ ਕੀਤੀ ਗਈ। ਉਹਨਾਂ ਨੇ ਉਸ ਨੂੰ ਇੱਕ ਨੇੜਲੀ ਕਾਰ ਤੱਕ ਟਰੈਕ ਕੀਤਾ ਜੋ ਕਾਹਲੋ ਦੇ ਨਾਮ ਤੇ ਰਜਿਸਟਰ ਸੀ ਤੇ ਉਸ ਦਾ DNA ਵੀ ਵਾਰ ਤੇ ਮਿਲਿਆ ਤੇ ਪੁਲਿਸ ਨੇ ਡਾਕੇ ਦੀ ਗੁੱਥੀ ਨੂੰ ਸੁਲਝਾ ਲਿਆ। ਕਾਹਲੋ ਦੇ ਫੋਨ ਦੀ ਜਾਂਚ ਤੋਂ ਪਤਾ ਲੱਗਾ ਕਿ ਉਹ ਸੁਖਵੀਰ ਢਿੱਲੋਂ ਨਾਮਕ ਇੱਕ ਵਿਅਕਤੀ ਨਾਲ ਨਿਯਮਿਤ ਸੰਪਰਕ ਵਿੱਚ ਸੀ। ਢਿੱਲੋਂ ਉਸ ਸ਼ਾਖਾ ਅਤੇ ਸਟੋਰ ਦਾ ਮਾਲਕ ਸੀ ਜਿਸ ਨਾਲ ਇਹ ਜੁੜਿਆ ਹੋਇਆ ਸੀ ਤੇ ਕਾਹਲੋ ਦਾ ਚਚੇਰਾ ਭਰਾ ਵੀ ਸੀ।
ਪਰਿਵਾਰ ਦੇ 3 ਹੋਰ ਮੈਂਬਰ ਰਮਨਦੀਪ ਢਿੱਲੋਂ ਅਤੇ ਸੁਨਾਵਰ ਢਿੱਲੋਂ ਮਨਦੀਪ ਗਿੱਲ ਨੂੰ ਵੀ ਯੋਜਨਾਵਾਂ ਬਾਰੇ ਜਾਣੂ ਪਾਇਆ ਗਿਆ। ਮੈਟਰੋਪੋਲੀਟਨ ਪੁਲਿਸ ਦੇ ਫਲਾਈਂਗ ਸਕੁਐਡ ਦੇ ਡਿਟੈਕਟਿਵ ਚੀਫ ਇੰਸਪੈਕਟਰ ਸਕਾਟ ਮੈਥਰ ਨੇ ਕਿਹਾ ਕਿ ਇਹ ਇੱਕ ਗੁੰਝਲਦਾਰ ਜਾਂਚ ਸੀ ਜਿਸ ਵਿੱਚ ਵੱਡੀ ਮਾਤਰਾ 'ਚ ਸੀਸੀਟੀਵੀ ਫੋਨ ਅਤੇ ਵਿੱਤੀ ਡਾਟਾ ਅਤੇ ਡੀਐਨਏ ਸਬੂਤ ਇਕੱਠੇ ਕਰਨਾ ਸ਼ਾਮਲ ਸੀ। ਅਦਾਲਤ ਵੱਲੋਂ 5 ਦੋਸ਼ੀਆਂ ਨੂੰ ਸ਼ੁੱਕਰਵਾਰ 6 ਜੂਨ ਨੂੰ ਸਜ਼ਾ ਸੁਣਾਈ ਜਾਵੇਗੀ। ਇੱਕ ਪਾਸੇ ਜਿੱਥੇ ਮਿਆਂਮਾਰ 'ਚ ਭੂਚਾਲ ਨੇ ਤਬਾਹੀ ਮਚਾ ਰੱਖੀ ਹੈ, ਉੱਥੇ ਹੁਣ ਆਈਸਲੈਂਡ ਤੋਂ ਇੱਕ ਡਰੋਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਜਵਾਲਾਮੁਖੀ ਵਿਸਫੋਟ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ। ਇਸ ਚੇਤਾਵਨੀ ਤੇ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ ਇੱਕ ਕਸਬੇ ਤੇ ਬਲੂ ਲੈਗੂਨ ਸਪਾ ਨੂੰ ਖਾਲੀ ਕਰਵਾ ਦਿੱਤਾ। ਜਾਣਕਾਰੀ ਅਨੁਸਾਰ ਆਈਸਲੈਂਡ ਦੇ ਗ੍ਰਿੰਡਾਵਿਕ ਸ਼ਹਿਰ ਦੇ ਨੇੜੇ ਇੱਕ ਜਵਾਲਾਮੁਖੀ 'ਚੋਂ ਲਾਵਾ ਨਿਕਲਣਾ ਸ਼ੁਰੂ ਹੋ ਗਿਆ ਜਿਸ ਮਗਰੋਂ ਇਲਾਕੇ ਦੇ ਕਰੀਬ 40 ਘਰਾਂ ਨੂੰ ਖਾਲੀ ਕਰਵਾ ਲਿਆ ਗਿਆ। ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਉੱਥੇ ਲੋਕਾਂ ਨੂੰ ਹਟਾਉਣਾ ਪਿਆ ਸੀ ਜਦੋਂ ਕਰੀਬ 800 ਸਾਲ ਤੱਕ ਸ਼ਾਂਤ ਰਿਹਾ ਇੱਕ ਜਵਾਲਾਮੁਖੀ ਅਚਾਨਕ ਐਕਟਿਵ ਹੋ ਗਿਆ ਸੀ। ਮੌਸਮ ਵਿਭਾਗ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੰਗਲਵਾਰ ਨੂੰ ਲਾਵਾ ਨਿਕਲਣ ਦੇ ਨਾਲ-ਨਾਲ ਇਲਾਕੇ 'ਚ ਭੂਚਾਲ ਦਾ ਤਕੜਾ ਝਟਕਾ ਵੀ ਮਹਿਸੂਸ ਕੀਤਾ ਗਿਆ। ਵਿਭਾਗ ਨੇ ਅੱਗੇ ਕਿਹਾ ਕਿ ਹਾਲਾਂਕਿ ਹਾਲੇ ਤੱਕ ਲਾਵਾ ਮੈਦਾਨੀ ਇਲਾਕੇ ਤੱਕ ਨਹੀਂ ਪਹੁੰਚਿਆ ਹੈ ਪਰ ਜਵਾਲਾਮੁਖੀ 'ਚ ਵਿਸਫੋਟ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ। बांग्लादेश की अंतरिम सरकार के मुख्य सलाहकार प्रोफेसर मोहम्मद यूनस ने अपनी चीन यात्रा दौरान भारत विरुद्ध विवादित बयान दिता जिस नाल कूटनीतिक हलकिਆਂ ਵਿੱਚ ਹਲਚਲ ਮਚ ਗਈ ਹੈ। ਉਸਨੇ ਭਾਰਤ ਦੇ ਉੱਤਰ ਪੂਰਬੀ ਰਾਜਾਂ ਨੂੰ ਲੈਂਡ ਲੌਕਡ ਦੱਸਿਆ ਅਤੇ ਦਾਅਵਾ ਕੀਤਾ ਕਿ ਬੰਗਲਾਦੇਸ਼ ਇਸ ਖੇਤਰ ਤੱਕ ਸਮੁੰਦਰੀ ਪਹੁੰਚ ਦਾ ਇੱਕ ਮਾਤਰ ਰਖਵਾਲਾ ਹੈ। ਆਪਣੇ ਭਾਸ਼ਣ 'ਚ ਯੂਨਸ ਨੇ ਚੀਨ ਨੂੰ ਬੰਗਲਾਦੇਸ਼ ਵਿੱਚ ਨਿਵੇਸ਼ ਵਧਾਉਣ ਦਾ ਸੱਦਾ ਦਿੰਦੇ ਹੋਏ ਇਹ ਕਿਹਾ ਕਿ ਬੰਗਲਾਦੇਸ਼ ਚੀਨੀ ਅਰਥਚਾਰੇ ਦਾ ਵਿਸਤਾਰ ਬਣ ਸਕਦਾ ਹੈ। ਉਹਨਾਂ ਨੇ ਕਿਹਾ ਭਾਰਤ ਦੇ 7 ਰਾਜ ਜਿਨ੍ਹਾਂ ਨੂੰ 7 ਸਿਸਟਰਸ ਕਿਹਾ ਜਾਂਦਾ ਹੈ ਭੂਮੀ ਨਾਲ ਘਿਰੇ ਹੋਏ ਸਨ। ਉਹਨਾਂ ਕੋਲ ਸਮੁੰਦਰ ਤੱਕ ਪਹੁੰਚਣ ਦਾ ਕੋਈ ਰਸਤਾ ਨਹੀਂ ਹੈ। ਅਸੀਂ ਇਸ ਪੂਰੇ ਖੇਤਰ ਲਈ ਸਮੁੰਦਰ ਦੇ ਇੱਕ ਮਾਤਰ ਰਖਵਾਲੇ ਹਾਂ। ਇਹ ਨਵੀਆਂ ਸੰਭਾਵਨਾਵਾਂ ਖੋਲਦਾ ਹੈ। ਇਹ ਚੀਨੀ ਅਰਥ ਵਿਵਸਥਾ ਦਾ ਵਿਸਤਾਰ ਹੋ ਸਕਦਾ ਹੈ। ਯੂਨਸ ਦੀ ਫੇਰੀ ਦੌਰਾਨ ਉਸਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ ਅਤੇ ਬੰਗਲਾਦੇਸ਼ ਦੀ ਕਮਜ਼ੋਰ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਹੋਰ ਨਿਵੇਸ਼ ਦੀ ਮੰਗ ਕੀਤੀ। ਉਹਨਾਂ ਨੇ ਕਿਹਾ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਚੀਨ ਨੂੰ ਆਪਣੇ ਚੰਗੇ ਦੋਸਤ ਵਜੋਂ ਵੇਖਦੇ ਹਾਂ। ਸਾਨੂੰ ਆਰਥਿਕ ਸਥਿਰਤਾ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਚੀਨ ਦੇ ਸਹਿਯੋਗ ਦੀ ਲੋੜ ਹੈ। ਇਹ ਬਿਆਨ ਅਜਿਹੇ ਸਮੇਂ 'ਚ ਆਇਆ ਜਦੋਂ ਚੀਨ ਬੰਗਲਾਦੇਸ਼ 'ਚ ਆਪਣੀ ਰਣਨੀਤਿਕ ਮੌਜੂਦਗੀ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਭਾਰਤ ਬੰਗਲਾਦੇਸ਼ ਸਬੰਧਾਂ 'ਚ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਚੀਨ ਤੇ ਬੰਗਲਾਦੇਸ਼ ਦੀ ਵੱਧਦੀ ਨਿਰਭਰਤਾ ਸੁਰੱਖਿਆ ਅਤੇ ਕੂਟਨੀਤਿਕ ਮੋਰਚੇ ਤੇ ਭਾਰਤ ਲਈ ਨਵੀਂ ਚੁਣੌਤੀ ਬਣ ਸਕਦੀ ਹੈ। ਆਸਟ੍ਰੇਲੀਆ ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਪੰਜਾਬੀ ਟਰੱਕ ਡਰਾਈਵਰ ਨੇ ਦਮ ਤੋੜ ਦਿੱਤਾ ਜਿਸ ਦੀ ਸ਼ਨਾਖਤ 34 ਸਾਲ ਦੇ ਗੁਰਵਿੰਦਰ ਸਿੰਘ ਵਜੋਂ ਹੋਈ ਹੈ। ਗੁਰਵਿੰਦਰ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਪੇ ਪਤਨੀ ਅਤੇ 6 ਸਾਲ ਦਾ ਬੱਚਾ ਛੱਡ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਵੈਸਟਰਨ ਆਸਟ੍ਰੇਲੀਆ ਸੂਬੇ ਦੇ ਪਰਥ ਸ਼ਹਿਰ ਤੋਂ 170 ਕਿਲੋਮੀਟਰ ਉੱਤਰ ਪੂਰਬ ਵੱਲ ਸਥਿਤ ਲੇਕ ਨਿਨਾਨ ਇਲਾਕੇ ਵਿੱਚ ਗੁਰਵਿੰਦਰ ਸਿੰਘ ਦਾ ਟਰੱਕ ਬੇਕਾਬੂ ਹੋ ਕੇ ਇੱਕ ਦਰਖਤ ਵਿੱਚ ਵੱਜ ਗਿਆ ਅਤੇ ਉਹ ਮੌਕੇ ਤੇ ਹੀ ਦਮ ਤੋੜ ਗਿਆ। ਪੁਲਿਸ ਨੇ ਦੱਸਿਆ ਕਿ ਇੱਕ ਟਰੱਕ 2 ਸੈਮੀ ਟ੍ਰੇਲਰਸ ਨੂੰ ਟੋ ਕਰਕੇ ਲੈ ਜਾ ਰਿਹਾ ਸੀ ਜਦੋਂ ਕਲਗਡਰਿੰਗ ਫੈਸਟ ਰੋਡ ਅਤੇ ਕੈਲਨਰੀ ਵੈਗਨ ਹਿਲਸ ਰੋਡ ਤੇ ਹਾਦਸਾ ਵਾਪਰਿਆ। ਟੋ ਕੀਤੇ ਸੈਮੀ ਟਰੱਕ ਵਿੱਚ ਸਵਾਰ ਡਰਾਈਵਰ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮੇਜਰ ਕ੍ਰੈਸ਼ ਇਨਵੈਸਟੀਗੇਸ਼ਨਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ। ਦੂਜੇ ਪਾਸੇ ਗੁਰਵਿੰਦਰ ਸਿੰਘ ਦੀ ਪਤਨੀ ਮਨਿੰਦਰ ਕੌਰ ਵੱਲੋਂ ਗੋਫੰਡਮੀ ਪੇਜ ਸਥਾਪਿਤ ਕਰਦਿਆਂ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਗਈ ਹੈ। ਗੁਰਵਿੰਦਰ ਸਿੰਘ ਦੇ ਦੋਸਤ ਉਸ ਨੂੰ ਪਿਆਰ ਨਾਲ ਸੋਢੀ ਕਹਿ ਕੇ ਬੁਲਾਉਂਦੇ ਸੀ ਜੋ ਬੇहद ਹਸਮੁਖ ਸੁਭਾਅ ਦਾ ਮਾਲਕ ਸੀ। ਮਨਿੰਦਰ ਕੌਰ ਨੇ ਅੱਗੇ ਕਿਹਾ ਕਿ ਗੁਰਵਿੰਦਰ ਸਿੰਘ ਉਹਨਾਂ ਦਾ ਪਤੀ ਨਹੀਂ ਸਗੋਂ ਚੰਗਾ ਦੋਸਤ ਵੀ ਸੀ। 6 ਸਾਲ ਦਾ ਵਿਲੀਅਮਜੀਤ ਸਿੰਘ ਹੁਣ ਕਦੇ ਵੀ ਆਪਣੇ ਪਿਤਾ ਨੂੰ ਨਹੀਂ ਮਿਲ ਸਕੇਗਾ। ਜ਼ਿੰਦਗੀ ਵਿੱਚ ਅਚਨਚੇਤ ਆਏ ਇਸ ਭੂਚਾਲ ਨੇ ਪਰਿਵਾਰ ਨੂੰ ਖੇਰੂ ਕਰ ਦਿੱਤਾ ਹੈ ਅਤੇ ਸਾਰੇ ਜਣੇ ਆਪਣੇ ਆਪ ਨੂੰ ਸੰਭਾਲਣ ਦੀ ਯਤਨ ਕਰ ਰਹੇ ਹਨ। ਇਸ ਮੁਸ਼ਕਲ ਸਮੇਂ ਦੌਰਾਨ ਕਮਿਊਨਿਟੀ ਵੱਲੋਂ ਕੀਤੀ ਮਦਦ ਗੁਰਵਿੰਦਰ ਸਿੰਘ ਦੀਆਂ ਅੰਤਮ ਰਸਮਾਂ ਨੇਪੜੇ ਚਾੜਨ ਅਤੇ ਵਿਲੀਅਮਜੀਤ ਸਿੰਘ ਨੂੰ ਭਵਿੱਖ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਸਹਾਈ ਸਾਬਤ ਹੋਵੇਗੀ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਪੰਜਾਬ LUSA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।